सतनाम श्री वाहिगुरु साहिब जी। से संजोग करहो मेरे प्यारे, जित रसना हर नाम उचारे। हर को नाम सदा सुखदाई, जा कौ सिमर अजामल उदरियो। गन काहूँ गत पाई, किन्ही बनजिया कांची तांबा, किन्ही लौंग सुपारी। संतो बनजिया नाम गोविंद का, ऐसी खेप हमारी। संतो बनजिया नाम गोविंद का, ऐसी खेप हमारी। जुगो जुग टल चवर छत्र तखत दे मालक, दसां पातशाहियां दी जोत। हाजर नाजर श्री गुरु ग्रंथ साहिब महाराज दे पावन पवित्र सतगुरां दे सन्मुख हजूरी अंदर जुड़ बैठी गुरु प्यारी गुरु सवारी। गुरु की साजी साज की निबाजी, गुरु का खास रूप खालसा साध संगत जीओ। आओ कुछ समय लई सतगुरु जी दे पावन पवित्र चरण कमलां दे नाल मन विरतियां एकाग्र करके जुड़ करके बहन दी कृपालता करिए। समय और सवासां नूं सफला करिए। सतगुरां दियां खुशियां प्राप्त करना करिए। चल रही लड़ीवार शब्द विचार कथा गुरबाणी सरवण करिए। आप संगत ने जो हुण तक लड़ीवार शब्द विचार कथा गुरबाणी सरवण कीती है, वो विचार इथों तक सी कि जिस वेले सतगुरु गुरु हरगोबिंद महाराज छेवें पातशाह सतगुरु जी मेरी पीरी दे मालक कृपालू दयालु सतगुर छेवें पातशाह इधरों चोहला साहिब नगर तो बख्शिश रहमत बरताउंदे होए ਅੰਮ੍ਰਿਤਸਰ ਦੀ ਧਰਤੀ ਵੇ ਵੱਲ ਆ ਰਹੇ ਨੇ। ਰਸਤੇ ਤੇ ਤੁਰੇ ਆ ਰਹੇ ਨੇ ਸਤਿਗੁਰੂ ਜੀ, ਤੇ ਤੁਰਦਿਆਂ ਤੁਰਦਿਆਂ ਰਸਤੇ ਦੇ ਵਿੱਚ ਇੱਕ ਅਸਥਾਨ ਆਇਆ, ਜਿਹੜਾ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਦਾ ਸਥਾਨ ਹੈ। ਜਿਸ ਨਗਰ ਦਾ ਨਾਮ ਪੱਠੇਵਿੰਡ ਹੈ। ਪੱਠੇਵਿੰਡ ਇਹ ਨਗਰ ਦਾ ਨਾਮ ਹੈ, ਤੇ ਇਹ ਨਗਰ ਦੇ ਵਿੱਚ ਕੋਈ ਬਸੋ ਨਹੀਂ ਹੈ, ਕੋਈ ਰੌਣਕ ਨਹੀਂ ਹੈ, ਨਾ ਹੀ ਨਜ਼ਦੀਕ ਕੋਈ ਨਿਵਾਸ ਕਰਨ ਵਾਲਾ ਕੋਈ ਸਥਾਨ ਹੈ। ਇਹ ਮੰਨ ਲਓ ਕਿ ਉਸ ਸਥਾਨ ਦੇ ਉੱਤੇ ਇਦਾਂ ਦੀ ਵਿਚਾਰ ਹੈ ਕਿ ਜਿਵੇਂ ਕਹਿ ਲਈਏ ਕੋਈ ਉਜੜਿਆ ਹੋਇਆ ਸਥਾਨ ਹੈ। ਤੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਜਿਸ ਵੇਲੇ ਸਤਿਗੁਰੂ ਜੀ ਸਿੱਖਾਂ ਸਮੇਤ ਇੱਥੇ ਪਹੁੰਚੇ ਨੇ ਪੱਠੇਵਿੰਡ ਨਗਰ ਵਿਖੇ, ਤੇ ਸਤਿਗੁਰੂ ਜੀ ਨੇ ਨਮਸਕਾਰ ਕੀਤੀ ਉਸ ਅਸਥਾਨ ਨੂੰ। ਤੇ ਜਦੋਂ ਨਮਸਕਾਰ ਕੀਤੀ ਸਿੱਖਾਂ ਨੇ ਪੁੱਛਿਆ, ਸਤਿਗੁਰੂ ਜੀ ਆਪ ਜੀ ਨੇ ਅਚਨਚੇਤ ਇਸ ਅਸਥਾਨ ਤੇ ਨਮਸਕਾਰ ਕੀਤੀ ਹੈ। ਇਸ ਅਸਥਾਨ ਤੇ ਕੋਈ ਕਿਸੇ ਦੀ ਵਸੋ ਵੀ ਨਹੀਂ ਹੈ, ਕਿਸੇ ਦਾ ਕੋਈ ਨਿਵਾਸ ਸਥਾਨ ਵੀ ਨਹੀਂ ਹੈ। ਆਪ ਜੀ ਕਿਰਪਾ ਕਰਕੇ ਦੱਸੋ ਇਸ ਅਸਥਾਨ ਤੇ ਆਪ ਜੀ ਨੇ ਨਮਸਕਾਰ ਕੀਤੀ ਹੈ, ਕਿਉਂ ਕੀਤੀ, ਇਹਦਾ ਭਾਵ ਕੀ ਹੈ।
ਤੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਸਤਿਗੁਰੂ ਜੀ ਦੱਸਣ ਲੱਗੇ, ਕਹਿੰਦੇ ਸਿੱਖੋ, ਸਭ ਤੋਂ ਪਹਿਲੇ ਦੱਸ ਦਈਏ, ਇਹ ਅਸਥਾਨ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਦਾ ਸਥਾਨ ਹੈ। ਇੱਥੇ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਨੇ ਪਾਵਨ ਪਵਿੱਤਰ ਚਰਨ ਕਮਲ ਪਾਏ ਸਨ। ਤੇ ਇਥੋਂ ਦੇ ਨਗਰ ਦਾ ਜਿਹੜਾ ਇਹ ਥਾਂ ਹੈ, ਕਹਿੰਦੇ ਪੱਠੇ ਬਿੰਡ ਨਗਰ ਹੈ ਇਹ। ਜਿਸ ਵੇਲੇ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਸੰਸਾਰ ਦੇ ਵਿੱਚ ਲੋਕਾਂ ਦਾ ਭਲਾ ਪਏ ਕਰਦੇ ਸਨ, ਸਤਿਗੁਰੂ ਜੀ ਨੇ 4 ਉਦਾਸੀਆਂ ਧਾਰਨ ਕੀਤੀਆਂ, ਬਾਲਾ ਤੇ ਮਰਦਾਨਾ ਸਮੇਤ। ਤੇ ਇਥੋਂ ਦੇ ਜਿਹੜੇ ਨਗਰ ਨੇ ਵੇਦੀ ਕੁਲ ਦੇ ਵੰਸ਼ ਸਨ, ਗੁਰੂ ਨਾਨਕ ਦੇ ਮਹਾਰਾਜ ਦੇ ਕੁਲ ਦੇ ਲੋਕ ਸਨ, ਵੇਦੀ ਕੁਲ। ਕਾਫੀ ਲੋਕ ਇੱਥੇ ਵੇਦੀ ਕੁਲ ਦੇ ਲੋਕ ਰਹਿੰਦੇ ਸਨ। ਤੇ ਸਤਿਗੁਰੂ ਜੀ ਕਹਿੰਦੇ ਸੰਸਾਰ ਵਿੱਚ ਭਲਾ ਕਰਦੇ ਕਰਦੇ, ਲੋਕਾਂ ਦੇ ਉੱਤੇ ਬਖਸ਼ਿਸ਼ਾਂ ਰਹਿਮਤਾਂ ਕਰਦੇ ਕਰਦੇ, ਬਾਲਾ ਜੀ ਤੇ ਮਰਦਾਨਾ ਸਮੇਤ ਕਹਿੰਦੇ ਇਸ ਅਸਥਾਨ ਤੇ ਪਹੁੰਚੇ ਸਨ। ਤੇ ਜਦੋਂ ਪਹੁੰਚੇ, ਨਗਰ ਦੇ ਲੋਕਾਂ ਨੇ ਦੇਖਿਆ ਗੁਰੂ ਨਾਨਕ ਦੇ ਮਹਾਰਾਜ ਜੀ ਆਏ ਨੇ। ਉਸ ਵੇਲੇ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਦੀ ਬਖਸ਼ਿਸ਼ ਰਹਿਮਤ ਨੂੰ ਜਾਣ ਪਛਾਣ ਨਹੀਂ ਸਕੇ ਲੋਕ। ਇਹਨਾਂ ਨੇ ਸਤਿਗੁਰੂ ਜੀ ਨੂੰ ਮੰਦੇ ਤੋਂ ਮੰਦੇ ਬਚਨ ਕਹੇ, ਭੈੜੇ ਤੋਂ ਭੈੜੇ ਸ਼ਬਦਾਂ ਦੀ ਵਰਤੋਂ ਕੀਤੀ। ਸਤਿਗੁਰੂ ਜੀ ਨੂੰ ਕਹਿਣ ਲੱਗੇ, ਇਹ ਤੁਸੀਂ ਚੰਗੇ ਕਰਮ ਨਹੀਂ ਕਰਦੇ, ਫਕੀਰਾਂ ਵਾਲਾ ਲਿਬਾਸ ਧਾਰਨ ਕੀਤਾ, ਐਵੇਂ ਦਰ ਠੋਕਰਾ ਖਾਂਦੇ ਫਿਰਨੇ ਹੋ, ਤੁਸੀਂ ਬੇਦੀ ਕੁਲ ਦਾ ਨਾਸ਼ ਕਰ ਰਹੇ ਹੋ, ਬੇਦੀ ਕੁਲ ਨੂੰ ਕਲੰਕ ਲਾ ਰਹੇ ਹੋ। ਸਤਿਗੁਰੂ ਜੀ ਨੇ ਇਦਾਂ ਦੇ ਬਚਨ ਕਹੇ। ਤੁਸੀਂ ਆਪਣੇ ਭਰਾਵਾਂ ਦੀ ਇੱਜ਼ਤ ਨੂੰ, ਲੱਜਿਆਂ ਨੂੰ ਕਦਾਚਿਤ ਵੀ ਵਿਚਾਰ ਨਹੀਂ ਕੀਤੀ, ਉਹਨਾਂ ਦੀ ਇੱਜ਼ਤ ਦਾ ਕੀ ਬਣੇਗਾ। ਬਸ ਐਵੇਂ ਤੁਰੇ ਫਿਰਨੇ ਹੋ ਫਕੀਰਾਂ ਵਾਂਗੂ ਲਿਬਾਸ ਪਾ ਕੇ। ਘਰ ਦੇ ਵਿੱਚ ਰਹੋ, ਚੰਗੇ ਭਲੇ ਗ੍ਰਸਤੀ ਮਾਰਗ ਦਾ ਆਨੰਦ ਮਾਣੋ, ਬੱਚਿਆਂ ਦੀ ਪਰਵਰਿਸ਼ ਕਰੋ। ਤੇ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਨੂੰ ਇਦਾਂ ਕਹਿਣ ਲੱਗੇ ਵਚਨ, ਕਹਿੰਦੇ ਤੁਸੀਂ ਇਦਾਂ ਦਾ ਲਿਬਾਸ ਧਾਰਨ ਕੀਤਾ ਤੇ ਇੱਥੇ ਪਹੁੰਚੇ ਹੋ, ਕਹਿੰਦੇ ਅਸੀਂ ਤੁਹਾਨੂੰ ਇੱਥੇ ਬਹਿਣ ਨਹੀਂ ਦੇਣਾ, ਰਹਿਣ ਨਹੀਂ ਦੇਣਾ, ਇੱਥੋਂ ਅੱਗੇ ਚਲੇ ਜਾਓ। ਸਤਿਗੁਰੂ ਜੀ ਕਹਿੰਦੇ ਭਾਈ ਅਸੀਂ ਕਿਹੜਾ ਇੱਥੇ ਪੱਕੇ ਰਹਿਣਾ, ਥੋੜਾ ਟਾਈਮ ਹੀ ਰਹਿਣਾ, ਰਹਿ ਕੇ ਅਸੀਂ ਅੱਗੇ ਚੱਲ ਜਾਾਂਗੇ। ਉਹਨਾਂ ਲੋਕਾਂ ਨੇ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦੱਸਦੇ, ਕਹਿੰਦੇ ਇਹਨਾਂ ਨੇ ਕਦਾਚਿਤ ਵੀ ਗੁਰੂ ਸਤਿਗੁਰੂ ਦੀ ਰਿਸਪੈਕਟ ਨਹੀਂ ਕੀਤੀ, ਸਤਿਕਾਰ ਨਹੀਂ ਕੀਤਾ, ਆਦਰ ਮਾਣ ਨਹੀਂ ਕੀਤਾ, ਉਹ ਭਗਤ ਨਹੀਂ ਕੀਤੀ, ਜਲ ਪਾਣੀ ਤੱਕ ਨਹੀਂ ਪੁੱਛਿਆ ਸਤਿਗੁਰੂ ਜੀ ਨੂੰ। ਉਸ ਵੇਲੇ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਇੱਥੋਂ ਕੱਢ ਦਿੱਤਾ ਇਹਨਾਂ ਲੋਕਾਂ ਨੇ। ਕਹਿੰਦੇ ਨਹੀਂ, ਤੈਨੂੰ ਰਹਿਣ ਨਹੀਂ ਦੇਣਾ। ਸਤਿਗੁਰੂ ਜੀ ਕਹਿੰਦੇ ਕੁਝ ਕੁ ਦਿਨ ਰਹਿ ਲੈਣ ਦਿਓ, ਬਾਅਦ ਵਿੱਚ ਅਸੀਂ ਅੱਗੇ ਚੱਲ ਜਾਾਂਗੇ। ਉਹ ਜਿਹੜੇ ਮੂਰਖ ਲੋਕ ਸਨ, ਉਹ ਕਹਿੰਦੇ ਅਸੀਂ ਜਾਣਦੇ ਹਾਂ ਸਤਿਗੁਰੂ ਜੀ, ਤੁਹਾਡੀ ਚਾਲ ਨੂੰ, ਤੁਹਾਡੀ ਨੀਅਤ ਨੂੰ ਅਸੀਂ ਜਾਣਦੇ ਹਾਂ। ਤੁਸੀਂ ਕੁਝ ਦਿਨ ਇੱਥੇ ਰਹੋਗੇ, ਕੀਰਤਨ ਕਰੋਗੇ, ਲੋਕਾਂ ਨੂੰ ਬਾਣੀ ਸੁਣਾਓਗੇ, ਤੇ ਜਿਹੜੇ ਲੋਕ ਭੋਲੇ ਭਾਲੇ ਤੁਹਾਡੇ ਝਾਂਸੇ ਵਿੱਚ ਫਸ ਜਾਣੇ ਆ, ਉਹਨਾਂ ਨੂੰ ਤੁਸੀਂ ਆਪਣੇ ਮਗਰ ਲਾ ਲੈਣਾ ਤੇ ਬਾਅਦ ਵਿੱਚ ਆਪਣੀ ਹਮਾਇਤ ਕਰਵਾਓਗੇ ਉਹਨਾਂ ਤੋਂ, ਤੇ ਸਾਡੇ ਨਗਰ ਵਿੱਚ ਧੱਕੇ ਨਾਲ ਥਾਂ ਮੱਲ ਕੇ ਬਹਿ ਜਾਓਗੇ। ਸਤਿਗੁਰੂ ਜੀ ਫੇਰ ਤੀਜੀ ਦਫਾ ਹੱਸ ਕੇ ਮੁਸਕਰਾ ਕੇ ਕਹਿਣ ਲੱਗੇ, ਉਹ ਕਹਿੰਦੇ ਨਹੀਂ, ਇਦਾਂ ਦੀ ਮਨ ਵਿੱਚ ਵਿਚਾਰ ਨਾ ਰੱਖੋ, ਸਾਡੇ ਮਨ ਵਿੱਚ ਕੋਈ ਇਦਾਂ ਦੀ ਇੱਛਾ ਨਹੀਂ ਆ। ਜਿੱਦਾਂ ਦੀ ਵਿਚਾਰ ਹੁੰਦੀ, ਕਹਿੰਦੇ ਅਸੀਂ ਆਪਣੀ ਜ਼ਮੀਨ ਜਾਇਦਾਦ ਜੋ ਵੀ ਘਰ-ਬਾਰ ਹੈ ਛੱਡ ਕੇ ਕਿਉਂ ਜਾਂਦੇ, ਸਾਨੂੰ ਕੋਈ ਮੋਹ ਨਹੀਂ, ਕੋਈ ਲਗਾਵ ਨਹੀਂ ਹੈ। ਉਹ ਕਹਿੰਦੇ ਐਵੇਂ ਕਰਨੇ ਹੋ ਤੁਸੀਂ, ਇੱਥੇ ਤੁਹਾਨੂੰ ਰਹਿਣ ਹੀ ਨਹੀਂ ਦੇਣਾ, ਜੋ ਕੁਝ ਮਰਜ਼ੀ ਕਰ ਲੋ। ਤੀਜੀ ਦਫਾ ਵੀ ਬਚਨ ਮੋੜਤਾ। ਸਤਿਗੁਰੂ ਜੀ ਕਹਿੰਦੇ ਚੰਗਾ ਭਾਈ, ਜੇ ਨਹੀਂ ਰਹਿਣ ਦੇਣਾ ਅਸੀਂ ਅੱਗੇ ਚਲੇ ਜਾਂਦੇ ਆ, ਪਰ ਯਾਦ ਰੱਖਿਓ ਤੁਹਾਡਾ ਨਗਰ ਵੀ ਕੁਝ ਲੰਮੇ ਸਮੇਂ ਤੱਕ ਸਥਿਰ ਨਹੀਂ ਰਹੇਗਾ, ਇਹ ਨਗਰ ਥੇ ਹੋ ਜਾਵੇਗਾ।
ਜੇ ਅਸੀਂ ਨਹੀਂ ਨਾ ਰਹਿ ਸਕਦੇ ਇੱਥੇ ਤੇ ਰਹਿ ਤੁਸੀਂ ਵੀ ਨਹੀਂ ਸਕਦੇ। ਸਤਿਗੁਰੂ ਜੀ ਨੇ ਬਚਨ ਕਹੇ ਤੇ ਸਤਿਗੁਰੂ ਜੀ ਕਹਿੰਦੇ ਅੱਗੇ ਚਲੇ ਗਏ। 6ਵੇਂ ਪਾਤਸ਼ਾਹ ਦੀ ਵਾਰਤਾ ਦੱਸ ਰਹੇ ਆ। ਅੱਗੇ ਚਲੇ ਗਏ ਗੁਰੂ ਨਾਨਕ ਦੇ ਮਾਰ ਦੀ ਪਾਠੇ ਵਿੰਡ ਤੋਂ ਤੇ ਸਤਿਗੁਰੂ ਜੀ ਨੇ ਜੋ ਬਚਨ ਕਹੇ, ਕਹਿੰਦੇ ਸਮਾਂ ਪੈ ਕੇ ਹੌਲੀ ਹੌਲੀ ਉਹ ਜਿਹੜੇ ਬੇਦੀ ਕੁਲ ਦੇ ਲੋਕ ਸਨ ਆਪਸ ਦੇ ਵਿੱਚ ਬੈਰ ਵਿਰੋਧ ਕਰਨ ਲੱਗੇ। ਇੰਨਾ ਉਹਨਾਂ ਨੇ ਬੈਰ ਵਿਰੋਧ ਆਪਸ ਦੇ ਵਿੱਚ ਕੀਤਾ, ਲੜ ਲੜ ਕੇ ਉਹ ਨਗਰ ਨੂੰ ਛੱਡਣ ਲੱਗ ਪਏ। ਤੇ ਜਿਹੜੇ ਕੁਝ ਕੁ ਲੋਕ ਰਹਿ ਗਏ, ਹੌਲੀ ਹੌਲੀ ਨਗਰ ਥੇ ਹੋਣਾ ਸ਼ੁਰੂ ਹੋ ਗਿਆ, ਭਾਵ ਜਕਦਮ ਨਗਰ ਗਰਕ ਗਿਆ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਉੱਥੇ ਬਚਨ ਉਚਾਰਨ ਕੀਤੇ, ਕਹਿੰਦੇ ਜਿੱਥੇ ਕਿਸੇ ਸਿੱਖ ਦਾ, ਕਿਸੇ ਗੁਰੂ ਪਿਆਰੇ ਦਾ ਕੋਈ ਸਤਿਕਾਰ ਨਹੀਂ, ਰਿਸਪੈਕਟ ਨਹੀਂ, ਉਹ ਨਗਰ ਕਹਿੰਦੇ ਕਿਸੇ ਕੰਮ ਦਾ ਨਹੀਂ। ਜਿਵੇਂ ਸਤਿਗੁਰ ਦੀ ਗੁਰਬਾਣੀ ਫਰਮਾਉਂਦੀ, ਕਹਿੰਦੇ ਜਿੱਥੈ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਤ ਲਸੋਇਨ ਚੌਬਾਰੇ। ਜਿੱਥੇ ਨਾਮ ਨਾ ਜਪੀਏ ਮੇਰੇ ਗੋਬਿੰਦਾ ਸਹੀ ਨਗਰ ਉਜਾੜੀ ਜੀਓ। ਕਹਿੰਦੇ ਉਜਾੜ ਬਣ ਜਾਂਦਾ ਉਹ ਘਰ, ਉਹ ਪਰਿਵਾਰ, ਉਹ ਨਗਰ, ਉਹ ਗਲੀ ਮੁਹੱਲਾ ਉਜਾੜ ਬਣ ਜਾਂਦਾ ਜਿੱਥੇ ਸਤਿਗੁਰ ਦੀ ਕਿਰਪਾ ਨਹੀਂ ਹੈ, ਜਿੱਥੇ ਸਤਿਗੁਰ ਦੀ ਬਖਸ਼ਿਸ਼ ਰਹਿਮਤ ਨਹੀਂ ਹੈ। ਭਾਵੇਂ ਜਿੱਡੇ ਮਰਜੀ ਮਹਿੰਗੇ ਤੋਂ ਮਹਿੰਗੇ ਸੁੰਦਰ ਮਹਿਲ ਮੁਨਾਰੇ ਬਣਾਏ ਆ, ਕਹਿੰਦੇ ਕਿਸੇ ਕੰਮ ਦੇ ਨਹੀਂ। ਫਿਰ ਜਿੱਥੇ ਸਤਿਗੁਰ ਦੇ ਨਾਮ ਦੀ ਜਾਂ ਸਤਿਗੁਰ ਦੇ ਸਿੱਖ ਦੀ ਜਾਂ ਸਤਿਗੁਰ ਦੇ ਪਿਆਰੇ ਦੀ ਕੋਈ ਵੀ ਰਿਸਪੈਕਟ ਨਹੀਂ, ਕੋਈ ਸਤਿਕਾਰ ਨਹੀਂ, ਪੁੱਛ ਦੱਸ ਨਹੀਂ, ਉਹ ਕਹਿੰਦੇ ਨਗਰ, ਉਹ ਘਰ ਪਰਿਵਾਰ, ਉਹ ਸਥਾਨ ਕਿਸੇ ਪ੍ਰਕਾਰ ਵੀ ਕਹਿੰਦੇ ਕੋਈ ਵੀ ਲਾਭਦਾਇਕ ਨਹੀਂ ਰਹਿੰਦਾ, ਵਰਤੁਜ ਨਹੀਂ ਰਹਿੰਦਾ। ਸਮਾਂ ਪਾ ਕੇ ਕਹਿੰਦੇ ਉਹਨੂੰ, ਉਹਨਾਂ ਦੇ ਮਨੁੱਖਾਂ ਨੂੰ ਉਹ ਨਤੀਜਾ ਭੁਗਤਣਾ ਪੈਂਦਾ। ਤੇ ਜਦੋਂ ਕਹਿੰਦੇ ਸਮਾਂ ਬਤੀਤ ਹੋਇਆ, ਹੌਲੀ ਹੌਲੀ ਨਗਰ ਉੱਜੜਨ ਲੱਗਿਆ, ਥੇ ਹੋ ਗਿਆ। ਤੇ ਕਹਿੰਦੇ ਅਸੀਂ ਇਸ ਅਸਥਾਨ ਤੇ ਨਮਸਕਾਰ ਕੀਤੀ ਹੈ। ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਨੇ ਪਾਵਨ ਪਵਿੱਤਰ ਚਰਨ ਪਾਏ ਇਸ ਅਸਥਾਨ ਤੇ। ਸਮਾਂ ਪੈ ਕੇ ਕਹਿੰਦੇ ਇਹ ਅਸਥਾਨ ਪ੍ਰਗਟ ਹੋਵੇਗਾ, ਸੰਗਤਾਂ ਕਿ ਇੱਥੇ ਨਤਮਸਤਕ ਹੋਇਆ ਕਰਨਗੀਆਂ। ਤੇ ਹੋਇਆ ਵੀ ਇਦਾਂ ਹੀ। ਆ ਨਜ਼ਦੀਕ ਜਾ ਕੇ ਗੁਰੂ ਪਿਆਰੇ ਉਧਰ ਦਰਸ਼ਨ ਕੀਤੇ ਜਾਣ। ਤੇ ਅੱਜ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਦੀ ਬਖਸ਼ਿਸ਼ ਰਹਿਮਤ ਉੱਥੇ ਪਾਠੇ ਵਿੰਡ ਵਿਖੇ ਸੁੰਦਰ ਗੁਰੂ ਘਰ ਸੁਸ਼ੋਭਿਤ ਹੈ, ਜਿੱਥੇ ਗੁਰਬਾਣੀ ਦੇ ਬੇਅੰਤ ਪ੍ਰਵਾਹ ਚੱਲਦੇ ਨੇ। ਸਤਿਗੁਰੂ ਦੀ ਕਿਰਪਾ ਰਹਿਮਤ ਹੁੰਦੀ ਹੈ। ਜਿੱਥੇ ਸਤਿਗੁਰੂ ਜੀ ਦੀ ਬਖਸ਼ਿਸ਼ ਰਹਿਮਤ ਵਰਤਦੀ, ਉੱਥੇ ਗੁਰੂ ਪਿਆਰਿਓ ਸੰਗਤਾਂ ਪਹੁੰਚ ਕੇ ਦਰਸ਼ਨ ਦੀਦਾਰੇ ਪੇ ਕਰਦੀਆਂ, ਆਨੰਦ ਮਾਣਦੀਆਂ ਗੁਰੂ ਨਾਨਕ ਦੇ ਮਹਾਰਾਜ ਦੇ ਪਾਵਨ ਪਵਿੱਤਰ ਚਰਨ ਕਮਲਾਂ ਦਾ ਊਟ ਆਸਰਾ ਤੱਕਦੀਆਂ। ਹੁਣ ਇੱਥੇ 2 ਘੜੀਆਂ ਬਤੀਤ ਕਰਕੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਇਧਰ ਅੱਗੇ ਫੇਰ ਚੱਲ ਪਏ, ਅੰਮ੍ਰਿਤਸਰ ਦੀ ਧਰਤੀ ਨੂੰ ਜਾ ਰਹੇ ਨੇ। ਚੋਲਾ ਸਾਹਿਬ ਤੋਂ ਨਿਵਾਸ ਕਰਕੇ ਅੱਗੇ ਪੱਠੇ ਵਿੰਡ ਇਹ ਨਗਰ ਆਇਆ, ਅੰਮ੍ਰਿਤਸਰ ਦੀ ਧਰਤੀ ਦੇ ਰਸਤੇ ਵਿੱਚ। ਤੇ ਸਤਿਗੁਰੂ ਜੀ ਤੁਰੇ, ਕਹਿੰਦੇ ਤਕਰੀਬਨ 2-2.5 ਕਿਲੋਮੀਟਰ ਤੇ ਸਤਿਗੁਰੂ ਜੀ ਅੱਗੇ ਗਏ। ਅੱਗੇ ਇੱਕ ਹੋਰ ਅਸਥਾਨ ਹੈ ਜੋ ਕਿ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪੰਜਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਨਿਮਰਤਾ ਦੇ ਪੁੰਜ ਬਾਣੀ ਰਚਨਹਾਰ ਸਤਿਗੁਰੂ ਜੀ ਦਾ ਸਥਾਨ ਹੈ। ਤੇ ਸਤਿਗੁਰੂ ਜੀ ਉੱਥੇ ਗਏ। ਉੱਥੇ ਕਹਿੰਦੇ ਸਤਿਗੁਰੂ ਜੀ ਨੇ ਨਿਵਾਸ ਕੀਤਾ, ਸਿੱਖਾਂ ਨੂੰ ਹੁਕਮ ਕੀਤਾ, ਸਿੱਖੋ ਇਸ ਅਸਥਾਨ ਤੇ ਨਿਵਾਸ ਕਰੋ, ਘੋੜਿਆਂ ਨੂੰ ਬੰਨ ਦੇਵੋ, ਜਲ ਪਾਣੀ ਪ੍ਰਸ਼ਾਦਾ ਪਾਣੀ ਤਿਆਰ ਕਰੋ, ਸਿੱਖਾਂ ਨੂੰ ਛਕਾਓ, ਆਪ ਛਕੋ। ਅਨੇਕ ਪ੍ਰਕਾਰ ਦੀ ਸਤਿਗੁਰੂ ਨੇ ਉੱਥੇ ਬਖਸ਼ਿਸ਼ ਰਹਿਮਤ ਕੀਤੀ ਹੈ। ਤੇ ਉੱਥੇ ਭਾਈ ਭਾਨਾ ਜੀ ਪੁੱਛਣ ਲੱਗੇ, ਸਤਿਗੁਰੂ ਜੀ ਹੁਣ ਇਹ ਅਸਥਾਨ ਗੁਰੂ ਅਰਜਨ ਦੇਵ ਮਹਾਰਾਜ ਦਾ, ਇੱਥੇ ਸਤਿਗੁਰੂ ਜੀ ਕਿਵੇਂ ਆਏ ਤੇ ਕੀ ਬਖਸ਼ਿਸ਼ ਰਹਿਮਤ ਕੀਤੀ ਇੱਥੇ ਸਤਿਗੁਰੂ ਜੀ ਨੇ? ਉਸ ਵੇਲੇ ਭਾਈ ਵਿਧੀ ਚੰਦ ਸਤਿਗੁਰੂ ਗੁਰੂ
ਹਰਗੋਬਿੰਦ ਮਹਾਰਾਜ ਦੇ ਨਜ਼ਦੀਕ ਖਲੋਤੇ ਸਨ। ਵੈਸੇ ਸਤਿਗੁਰੂ ਜੀ ਆਪ ਜਾਣੀ ਜਾਣਨੇ, ਸਭ ਕੁਝ ਜਾਣਦੇ ਨੇ। ਉਸ ਵੇਲੇ ਭਾਈ ਵਿਧੀ ਚੰਦ ਨੂੰ ਕਿਹਾ, ਕਹਿੰਦੇ ਭਾਈ ਵਿਧੀ ਚੰਦ ਜੀ ਦੱਸੋ ਇਸ ਅਸਥਾਨ ਦੀ ਮਹੱਤਤਾ ਬਾਰੇ, ਇਸ ਅਸਥਾਨ ਦਾ ਜੋ ਭਾਵ ਕੀ ਹੈ। ਇੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਆਏ, ਕਿਵੇਂ ਆਏ, ਕੀ ਬਖਸ਼ਿਸ਼ ਰਹਿਮਤ ਕੀਤੀ ਸਤਿਗੁਰੂ ਜੀ ਨੇ, ਉਹ ਦੱਸੋ, ਉਹਦੇ ਬਾਰੇ ਗਿਆਨ ਦਿਓ। ਉਸ ਵੇਲੇ ਭਾਈ ਵਿਧੀ ਚੰਦ ਜੀ ਦੱਸਣ ਲੱਗੇ, ਕਹਿੰਦੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਅਸੀਂ ਪੰਜਾਂ ਸਿੱਖਾਂ ਸਮੇਤ, ਸਾਡੇ ਸਮੇਤ ਸਤਿਗੁਰੂ ਜੀ ਆਪ ਇੱਥੇ ਇਸ ਨਗਰ ਤੇ ਪਧਾਰੇ ਨੇ, ਇਸ ਸਥਾਨ ਤੇ ਕਹਿੰਦੇ ਉਸ ਵੇਲੇ ਭਾਈ ਭਾਨਾ ਜੀ ਨੇ ਇਹ ਵੀ ਬੇਨਤੀ ਕੀਤੀ, ਸਤਿਗੁਰੂ ਜੀ ਗੁਰੂ ਨਾਨਕ ਦੇਵ ਮਹਾਰਾਜ ਦਾ ਜਿਹੜਾ ਨਗਰ ਥੇ ਹੋਇਆ, ਕਹਿੰਦੇ ਉਹ ਥੋੜੀ ਦੂਰੀ ਤੇ ਦਿਸ ਰਿਹਾ, ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਇੱਥੇ ਆ ਕੇ ਬਿਰਾਜਮਾਨ ਹੋਏ। ਗੁਰੂ ਨਾਨਕ ਦੇਵ ਮਹਾਰਾਜ ਦੇ ਸਥਾਨ ਤੇ ਕਿਉਂ ਨਹੀਂ ਗਏ ਗੁਰੂ ਅਰਜਨ ਦੇਵ ਮਹਾਰਾਜ ਜੀ? ਉਸ ਵੇਲੇ ਸਤਿਗੁਰੂ ਜੀ ਨੇ ਬਚਨ ਉਚਾਰਨ ਕੀਤੇ, ਕਹਿੰਦੇ ਜਿੱਥੇ ਸਤਿਗੁਰੂ ਨੇ ਚਰਨ ਪਾਉਣੇ ਹੁੰਦੇ ਜਾਂ ਕੋਈ ਬਖਸ਼ਿਸ਼ ਰਹਿਮਤ ਕਰਨੀ ਹੁੰਦੀ, ਉੱਥੇ ਕੋਈ ਨਾ ਕੋਈ ਰੀਜ਼ਨ ਜ਼ਰੂਰ ਹੁੰਦਾ, ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ। ਏਦਾਂ ਸਤਿਗੁਰੂ ਜੀ ਸਮਝਾਉਣ ਲੱਗੇ। ਕਹਿੰਦੇ ਇੱਥੇ ਕਾਰਨ ਸੀ, ਤੇ ਕਹਿੰਦੇ ਸਰਦੀਆਂ ਦੀ ਰੁੱਤ ਸੀ। ਭਾਈ ਵਿਧੀ ਚੰਦ ਜੀ ਦੱਸਣ ਲੱਗੇ, ਕਹਿੰਦੇ ਜਦੋਂ ਅਸੀਂ ਪੰਜ ਸਿੱਖ ਸਤਿਗੁਰੂ ਜੀ ਦੇ ਸਮੇਤ ਇੱਥੇ ਪਹੁੰਚੇ, ਤੇ ਕਹਿੰਦੇ ਉਸ ਵੇਲੇ ਸਤਿਗੁਰੂ ਜੀ, ਸਰਦੀਆਂ ਦੀ ਰੁੱਤ ਸੀ, ਕਹਿੰਦੇ ਵਰਖਾ ਹੋ ਰਹੀ ਸੀ, ਤੇ ਵਰਖਾ ਹੋ ਰਹੀ ਹੈ, ਠੰਡੀ ਰੁੱਤ ਸਰਦੀਆਂ ਦੀ, ਨਾਲ ਹਵਾ ਚੱਲ ਰਹੀ ਹੈ। ਤੇ ਅਨੁਭਵ ਕਰਕੇ ਵੇਖੋ, ਜਦੋਂ ਸਰਦੀਆਂ ਦੀ ਰੁੱਤ ਹੋਵੇ, ਵਰਖਾ ਹੁੰਦੀ ਹੋਵੇ, ਨਾਲ ਠੰਡੀ ਹਵਾ ਵੀ ਚੱਲਦੀ ਹੋਵੇ, ਤੇ ਕਹਿੰਦੇ ਸਰੀਰ ਨੂੰ ਕਿਵੇਂ ਚੀਰਦੀ, ਕਿਵੇਂ ਸੀਧ ਕਰਦੀ ਹੋਵੇਗੀ ਉਹ ਹਵਾ। ਇਹ ਖੁੱਲਾ ਅਸਮਾਨ ਦੇ ਥੱਲੇ ਕਹਿੰਦੇ ਸਤਿਗੁਰੂ ਜੀ ਵਿਰਾਜਮਾਨ ਸਨ। ਉਸ ਵੇਲੇ ਕਹਿੰਦੇ ਅੱਤ ਦੀ ਸਰਦੀ ਸੀ। ਅਸੀਂ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਸਤਿਗੁਰੂ ਜੀ ਆਪ ਜੀ ਕਿਰਪਾ ਕਰੋ, ਨਗਰ ਦੇ ਕਿੰਨੇ ਲੋਕ ਵੱਡੇ ਵੱਡੇ ਬਹਿਲ ਉਸਾਰੀ ਬੈਠੇ ਆ, ਅਸੀਂ ਇਹਨਾਂ ਕੋਲ ਜਾ ਕੇ ਬੇਨਤੀ ਕਰੇ ਆਉਂਦੇ ਆ ਕਿ ਸਾਨੂੰ ਰਹਿਣ ਵਾਸਤੇ, ਰਾਤ ਬਤੀਤ ਕਰਨ ਵਾਸਤੇ ਅਸਥਾਨ ਦਿਓ। ਸਤਿਗੁਰੂ ਜੀ ਕਹਿੰਦੇ ਨਹੀਂ ਭਾਈ, ਇਹ ਹੋ ਹੀ ਨਹੀਂ ਸਕਦਾ, ਇਹ ਨਗਰ ਦੇ ਲੋਕ ਬਹੁਤ ਜ਼ਿਆਦਾ ਮੂਰਖ ਲੋਕ ਨੇ, ਇਹਨਾਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਦੀ ਬਖਸ਼ਿਸ਼ ਰਹਿਮਤ ਦਾ ਪਤਾ ਹੀ ਨਹੀਂ ਹੈ। ਉਸ ਵੇਲੇ ਭਾਈ ਵਿਧੀ ਚੰਦ ਜੀ ਕਹਿੰਦੇ ਅਸੀਂ ਸਤਿਗੁਰੂ ਜੀ ਨੂੰ ਕਿਹਾ, ਨਹੀਂ ਸਤਿਗੁਰੂ ਜੀ ਕਿਰਪਾ ਕਰਕੇ ਵੇਖੋ, ਤੇ ਅਸੀਂ ਇੱਕ ਵਾਰੀ ਕਹਿ ਕੇ ਦੇਖ ਲੈਂਦੇ ਹਾਂ, ਜੇ ਕਿਤੇ ਗੁਰੂ ਨਾਨਕ ਦੇਵ ਮਹਾਰਾਜ ਦੀ ਬਖਸ਼ਿਸ਼ ਰਹਿਮਤ ਪ੍ਰਾਪਤ ਹੋ ਜੇ। ਕਹਿੰਦੇ ਅਸੀਂ ਸਤਿਗੁਰੂ ਜੀ ਤੋਂ ਆਗਿਆ ਲੈ ਕੇ ਚਲੇ ਗਏ ਨਗਰ ਵਿੱਚ। ਜਦੋਂ ਗਏ ਤੇ ਨਗਰ ਦੇ ਲੋਕਾਂ ਦੇ ਘਰ ਦੇ ਬੂਹੇ ਖੜਕਾ ਕੇ ਅਸੀਂ ਪੁੱਛਿਆ ਕਿ ਅਸੀਂ ਰਾਤ ਬਤੀਤ ਕਰਨੀ, ਅੱਤ ਦੀ ਸਰਦੀ, ਮੀਂਹ ਪੈ ਰਿਹਾ, ਠੰਡੀ ਹਵਾ ਚੱਲ ਰਹੀ, ਗੁਰੂ ਅਰਜਨ ਦੇਵ ਮਹਾਰਾਜ ਜੀ ਨਾਲ ਆ ਸਾਡੇ। ਕਹਿੰਦੇ ਕਿਸੇ ਨੇ ਵੀ ਸਾਨੂੰ ਘਰ ਦਾ ਬੂਹਾ ਖੋਲ ਕੇ ਘਰ ਦੇ ਵਿੱਚ ਪ੍ਰਵੇਸ਼ ਨਹੀਂ ਕਰਨ ਦਿੱਤਾ, ਹਾਲਾਂਕਿ ਵੱਡੇ ਵੱਡੇ ਮਹਿਲ ਉਸਾਰੇ ਸਨ। ਉਸ ਵੇਲੇ ਕਹਿੰਦੇ ਅਸੀਂ ਵਾਪਸ ਆ ਗਏ, ਗੁਰੂ ਅਰਜਨ ਦੇਵ ਮਹਾਰਾਜ ਨੂੰ ਸਾਰੀ ਵਿਚਾਰ ਦੱਸੀ। ਤੇ ਜਦੋਂ ਵਾਪਸ ਆਏ, ਸਤਿਗੁਰੂ ਜੀ ਕਹਿੰਦੇ ਅਸੀਂ ਪਹਿਲਾਂ ਹੀ ਦੱਸਿਆ ਸੀ, ਇਹ ਨਗਰ ਦੇ ਲੋਕ ਮੂਰਖ ਹੈ, ਇਹਨਾਂ ਨੂੰ ਸਤਿਗੁਰੂ ਦੀ ਬਖਸ਼ਿਸ਼ ਰਹਿਮਤ ਦਾ ਪਤਾ ਹੀ ਨਹੀਂ। ਉਸ ਵੇਲੇ ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਨੇ ਹੁਕਮ ਕੀਤਾ, ਕਹਿੰਦੇ ਭਾਈ ਸਿੱਖੋ, ਇੱਥੇ ਇੱਕ ਸਾਡਾ ਪ੍ਰੇਮੀ, ਇੱਕ ਸਿੱਖ ਸ਼ਰਧਾਲੂ ਰਹਿੰਦਾ, ਜਿਹੜਾ ਬਹੁਤ ਗਰੀਬ ਹੈ। ਚਲੋ ਜੇਕਰ ਤੁਸੀਂ ਕਹਿੰਦੇ ਆਪਾਂ ਉਸ ਸਿੱਖ ਦੇ ਕੋਲ ਚੱਲਨੇ ਆ। ਤੇ ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਨੇ ਇਦਾਂ ਕਿਹਾ, ਉਸ ਸਿੱਖ ਦੇ ਕੋਲ ਗਏ, ਜਿਸ ਸਿੱਖ ਦਾ ਨਾਮ ਕਵੀ ਸੰਤੋਖ ਸਿੰਘ ਜੀ ਭਾਈ ਹੇਮਾ ਕਰਕੇ ਵਰਣਨ ਕਰਦੇ ਆ। ਹੇਮਾ, ਉਹ ਭਾਈ ਹੇਮਾ ਜੀ ਬਹੁਤ ਜ਼ਿਆਦਾ ਗਰੀਬ ਸਿੱਖ ਹੈ। ਉਹਦੀ ਕਹਿੰਦੇ ਛੱਪਰੀ ਪਾਈ ਹੋਈ ਹੈ, ਕਾਨਿਆਂ ਦੀ ਛੱਪਰੀ, ਘਾਹ ਦੀ ਛੱਪਰੀ ਪਾਈ ਹੋਈ ਹੈ। ਤੇ ਸਤਿਗੁਰੂ ਜੀ ਆਪਣੇ ਪੰਜਾਂ ਸਿੱਖਾਂ ਸਮੇਤ ਭਾਈ ਹੇਮਾ ਦੀ ਛੱਪਰੀ ਵਿੱਚ ਗਏ ਨੇ।
ਜਿੱਥੇ ਭਾਈ ਹੀਮਾ ਦੇ ਉੱਤੇ ਇੱਕ ਪਾਟਿਆ ਜਾਂ ਪੁਰਾਣਾ ਜਿਹਾ ਕੰਬਲ ਲਿਆ ਹੋਇਆ ਤੇ ਅਨਾਜ ਪੀਣ ਦਾ ਕੰਮ ਕਰਦਾ। ਉਸ ਵੇਲੇ ਭਾਈ ਹੀਮਾ ਦੀ ਛਪਰੀ ਵਿੱਚ ਸਤਿਗੁਰੂ ਜੀ ਗਏ ਤੇ ਜਦੋਂ ਭਾਈ ਹੀਮਾ ਨੂੰ ਪਤਾ ਲੱਗਿਆ ਗੁਰੂ ਅਰਜਨ ਦੇਵ ਮਹਾਰਾਜ ਜੀ ਪੰਜਮ ਪਾਤਸ਼ਾਹ ਸਤਿਗੁਰੂ ਜੀ ਇੱਥੇ ਪਧਾਰੇ ਨੇ, ਤੇ ਕਹਿੰਦੇ ਭਾਈ ਹੀਮਾ ਨੇ ਬੜੇ ਪਿਆਰ ਸਤਿਕਾਰ ਸਹਿਤ ਜਿਹੜੀ ਆਪਣੇ ਤੇ ਕੰਬਲੀ ਲਈ ਸੀ ਉਹ ਧਰਤੀ ਦੇ ਹੇਠਾਂ ਵਿਛਾ ਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਉੱਤੇ ਬਿਰਾਜਮਾਨ ਕੀਤਾ। ਉਹ ਕੰਬਲੀ ਦੇ ਉੱਤੇ ਸਤਿਗੁਰੂ ਜੀ ਨੂੰ ਬਿਠਾ ਦਿੱਤਾ ਤੇ ਸਤਿਗੁਰੂ ਜੀ ਬਿਰਾਜਮਾਨ ਹੋਏ। ਕਹਿੰਦੇ ਭਾਈ ਹੀਮਾ ਨੇ ਬੜੇ ਪਿਆਰ ਦੇ ਨਾਲ ਅਨਾਜ ਪੀ ਕੇ, ਜਿਹੜਾ ਲੋਕਾਂ ਤੋਂ ਮੰਗਿਆ ਸੀ ਉਹ ਅਨਾਜ ਪੀ ਕੇ ਸਤਿਗੁਰੂ ਦੀ ਕਿਰਪਾ ਰਹਿਮਤ ਵਰਤੀ। ਉਹਨੇ ਜਲ ਪਾਣੀ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਤੇ ਸਤਿਗੁਰੂ ਜੀ ਨੂੰ ਛਕਾਇਆ, ਨਾਲ ਸਿੱਖਾਂ ਨੂੰ ਛਕਾ ਦਿੱਤਾ। ਉਸ ਵੇਲੇ ਸਭ ਸਿੱਖਾਂ ਨੇ ਜਲ ਪਾਣੀ ਛਕਿਆ ਤੇ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤੀ। ਹੁਣ ਕਾਫੀ ਸਮੇਂ ਤੱਕ ਸਤਿਗੁਰੂ ਜੀ ਉੱਥੇ ਬਿਰਾਜਮਾਨ ਰਹੇ, ਉਹ ਬਖਸ਼ਿਸ਼ ਰਹਿਮਤ ਵਰਤਾਉਂਦੇ ਰਹੇ। ਭਾਈ ਹੀਮਾ ਜੀ ਨੇ ਪੂਰਨ ਤੌਰ ਤੇ ਸਤਿਗੁਰੂ ਜੀ ਦੀ ਸੇਵਾ ਕੀਤੀ। ਉਸ ਵੇਲੇ ਉੱਥੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਇੱਕ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ, ਜੋ ਕਿ ਸੂਹੀ ਰਾਗ ਦੇ ਵਿੱਚ ਬਿਰਾਜਮਾਨ ਹੈ, ਸ਼ਸ਼ੋਭਤ ਹੈ। ਸਤਿਗੁਰੂ ਜੀ ਫਰਮਾਉਣ ਲੱਗੇ, ਰਾਗ ਸੂਹੀ ਮਹੱਲਾ ਪੰਜਵਾ ਘਰ ਚੌਥਾ। ਸੂਹੀ ਰਾਗ ਦੇ ਵਿੱਚ ਪੰਜਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਬਦ ਉਚਾਰਨ ਕਰਨ ਲੱਗੇ, ਘਰ ਚੌਥਾ। ਚੌਥੇ ਰਾਗ ਘਰ ਦੇ ਵਿੱਚ ਰਾਗੀ ਸਿੰਘਾਂ ਨੂੰ ਸ਼ਬਦ ਗਾਇਨ ਦਾ ਉਪਦੇਸ਼ ਦਿੱਤਾ। ਸਤਿਗੁਰੂ ਜੀ ਕਹਿੰਦੇ ਇਹ ਜਿਹੜੀ ਬਖਸ਼ਿਸ਼ ਰਹਿਮਤ ਵਰਤਾਉਣ ਲੱਗੇ ਨੇ, ਉਸ ਵੇਲੇ ਉਚਾਰਨ ਕੀਤਾ, ਕਹਿੰਦੇ ਭਲੀ ਸੁਹਾਵੀ ਛਾਪਰੀ ਜਾਮ ਮੈਂ ਹਰ ਗੁਣ ਗਾਏ, ਕਿਤਹੀ ਕਾਮ ਨਾ ਧੌਲ ਹਰ ਜਿਤ ਹਰ ਵਿਸਰਾਏ। ਉਸ ਵੇਲੇ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ ਸਤਿਗੁਰੂ ਅਰਜਨ ਦੇਵ ਮਹਾਰਾਜ ਨੇ। ਸਤਿਗੁਰੂ ਜੀ ਕਹਿੰਦੇ ਉਸ ਭਲੀ ਉਹ ਸੋਭਨੀਕ ਚੰਗੀ ਹੈ, ਕਾਨਿਆਂ ਦੀ ਛਪਰੀ ਵੀ ਚੰਗੀ ਜਿੱਥੇ ਸਤਿਗੁਰ ਦਾ ਸਿਮਰਨ ਹੁੰਦਾ, ਜਿੱਥੇ ਬੰਦਗੀ ਕੀਤੀ ਜਾਂਦੀ ਹੈ, ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਆਸਤ ਲਸੌਨ ਚੌਵਾਰੇ। ਕਹਿੰਦੇ ਉਹ ਭਾਵੇਂ ਕਾਨਿਆਂ ਦੀ ਛਪਰੀ ਹੈ, ਵੱਡੇ ਵੱਡੇ ਮਹਿਲਾਂ ਤੋਂ ਵੀ ਚੰਗੀ ਹੈ, ਸੋਭਨੀਕ ਹੈ। ਤੇ ਸਤਿਗੁਰੂ ਜੀ ਨੇ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ ਸੂਹੀ ਰਾਗ ਦੇ ਵਿੱਚ। ਉਸ ਵੇਲੇ ਸਤਿਗੁਰੂ ਜੀ ਕਹਿੰਦੇ, ਕਿਤਹੀ ਕਾਮ ਨਾ ਧੌਲ ਹਰ ਜਿਤ ਹਰ ਵਿਸਰਾਏ। ਕਹਿੰਦੇ ਕਿਸੇ ਕੰਮ ਦੇ ਵੱਡੇ ਵੱਡੇ ਮਹਿਲ ਮੁਨਾਰੇ ਕਿਸੇ ਕੰਮ ਦੇ ਨਹੀਂ ਜਿੱਥੇ ਨਾਮ ਨਹੀਂ ਜਪਿਆ ਜਾਂਦਾ, ਬੰਦਗੀ ਨਹੀਂ ਕੀਤੀ ਜਾਂਦੀ, ਜਿੱਥੇ ਗੁਰੂ ਦੀ ਗੱਲ ਨਹੀਂ ਵਿਚਾਰ ਨਹੀਂ ਹੈ। ਉਹ ਕਹਿੰਦੇ ਵੱਡੇ ਵੱਡੇ ਮਹਿਲ ਮੁਨਾਰੇ ਵੀ ਬੇਅੰਤ ਕਿਸੇ ਕਾਰਜ ਦੇ ਕਿਸੇ ਸਮੇਂ ਕਹਿੰਦੇ ਕੰਮ ਦੇ ਨਹੀਂ ਹੈ। ਤੇ ਸਤਿਗੁਰੂ ਜੀ ਨੇ ਜਦੋਂ ਇਹ ਪਵਿੱਤਰ ਸ਼ਬਦ ਉਚਾਰਨ ਕੀਤਾ, ਉਸ ਵੇਲੇ ਬਖਸ਼ਿਸ਼ ਰਹਿਮਤ ਕੀਤੀ ਤੇ ਕਹਿੰਦੇ ਭਾਈ ਹੀਮਾ ਜੀ ਦਾ ਅੰਤਮ ਸਮਾਂ ਨਜ਼ਦੀਕ ਆਇਆ ਜਾਣਿਆ ਸਤਿਗੁਰੂ ਜੀ ਨੇ। ਹੁਣ ਉੱਥੇ ਵਿਰਾਜਮਾਨ ਰਹੇ। ਬਾਅਦ ਵਿੱਚ ਭਾਈ ਹੀਮਾ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੀ ਪੌਲ ਪ੍ਰਾਪਤ ਕੀਤੀ ਹੈ। ਚਰਨ ਧੋ ਕੇ ਜਲ ਛਕਿਆ, ਉਹਨੂੰ ਚਰਨਾਮ੍ਰਿਤ ਕਹਿੰਦੇ ਸਨ। ਜਿਵੇਂ ਹੁਣ ਅੰਮ੍ਰਿਤ ਦੀ ਦਾਤ ਸਤਿਗੁਰ ਦੀ ਕਿਰਪਾ ਰਹਿਮਤ ਵਰਤੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੰਮ੍ਰਿਤ ਦੀ ਦਾਤ ਬਖਸ਼ਦੇ ਨੇ ਖੰਡੇ ਬਾਟੇ ਦੀ। ਉਦੋਂ ਚਰਨ ਧੋ ਕੇ ਸਤਿਗੁਰੂ ਜੀ ਦੇ ਉਹ ਜਲ ਛਕਿਆ ਜਾਂਦਾ ਸੀ, ਉਹਨੂੰ ਚਰਨਾਮ੍ਰਿਤ ਕਹਿੰਦੇ ਸਨ। ਤੇ ਸਤਿਗੁਰ ਦੇ ਚਰਨਾਂ ਦੀ ਪੌਲ ਪ੍ਰਾਪਤ ਕਰਨੀ ਉਹ ਕਹਿੰਦੇ ਸਨ। ਉਦੋਂ ਅੰਮ੍ਰਿਤ ਇਹ ਹੁੰਦਾ ਸੀ। ਤੇ ਭਾਈ ਹੀਮਾ ਨੇ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਪ੍ਰਾਪਤ ਕੀਤੀ, ਚਰਨਾਮ੍ਰਿਤ ਪ੍ਰਾਪਤ ਕੀਤਾ। ਹੌਲੀ ਹੌਲੀ ਸਮਾਂ ਨਜ਼ਦੀਕ ਆਇਆ, ਸਤਿਗੁਰੂ ਜੀ ਦੀ ਕਿਰਪਾ ਰਹਿਮਤ ਹੋਈ। ਉਸ ਵੇਲੇ ਭਾਈ ਹੀਮਾ ਜੀ ਆਪਣੇ ਇਸ ਸਰੀਰ ਨੂੰ ਤਿਆਗ ਕੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਜਾ ਬਿਰਾਜਮਾਨ ਹੋਏ। ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਭਾਈ ਹੀਮਾ ਜੀ ਦਾ ਆਪਣੇ ਹੱਥੀਂ ਸੰਸਕਾਰ ਕੀਤਾ। ਜੋ ਵੀ ਆਖਰੀ ਕਿਰਿਆ ਸੀ ਉਹ ਨਿਭਾਉਣਾ ਕੀਤੀ। ਸਤਿਗੁਰੂ ਦੀ ਕਿਰਪਾ ਰਹਿਮਤ ਵਰਤੀ। ਸਾਰੇ ਆਖਰੀ ਵਿਚਾਰ ਜਿਹੜੇ ਸਨ, ਰਸਮਾਂ ਸਨ, ਸਤਿਗੁਰੂ ਜੀ ਨੇ ਆਪਣੀ ਹੱਥੀਂ ਕੀਤੀਆਂ।
ਭਾਈ ਹਿੰਮਾ ਜੀ ਦੇ ਉੱਤੇ ਸਤਿਗੁਰੂ ਜੀ ਨੇ ਬਖਸ਼ਿਸ਼ ਰਹਿਮਤ ਵਰਤਾਈ। ਉਸ ਵੇਲੇ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤੀ। ਗੁਰੂ ਪਿਆਰਿਓ, ਬਾਅਦ ਵਿੱਚ ਸੰਸਕਾਰ ਕਰਕੇ ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਨੇ ਇੱਥੇ ਅਨੇਕ ਪ੍ਰਕਾਰ ਦੀ ਬਖਸ਼ਿਸ਼ ਰਹਿਮਤ ਕੀਤੀ। ਇੱਥੇ ਆ ਕੇ ਗੁਰੂ ਅਰਜਨ ਦੇਵ ਮਹਾਰਾਜ ਨੇ ਇਸ ਅਸਥਾਨ ਦੇ ਉੱਤੇ ਬਖਸ਼ਿਸ਼ ਕੀਤੀ ਸੀ, ਚਰਨ ਪਾਏ ਸਨ। ਕਹਿੰਦੇ ਇਹ ਅਸਥਾਨ ਉਹ ਹੈ। ਭਾਈ ਵਿਧੀ ਚੰਦ ਜੀ ਦੱਸ ਰਹੇ ਨੇ ਸਾਰੀ ਵਾਰਤਾ ਜਦੋਂ ਦੱਸੀ। ਸਭ ਨੇ ਜਲ ਪਾਣੀ ਉੱਥੇ ਛਕਿਆ ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਪਵਿੱਤਰ ਅਸਥਾਨ ਤੇ ਨਤਮਸਤਕ ਹੋਏ ਨੇ, ਨਮਸਕਾਰ ਕੀਤੀ ਹੈ। ਆਪਣੇ ਉੱਤਮ ਭਾਗ, ਵੱਡੇ ਭਾਗ ਮੰਨਣਾ ਕੀਤੇ ਨੇ। ਬਾਅਦ ਵਿੱਚ ਜਲ ਪਾਣੀ, ਪ੍ਰਸ਼ਾਦਾ ਪਾਣੀ ਜਦੋਂ ਛਕਿਆ ਤੇ ਭਾਈ ਗੁਰਦਾਸ ਜੀ ਸਤਿਗੁਰ ਦੇ ਅਨੰਨ ਪਿਆਰੇ ਸੇਵਕ ਆ। ਭਾਈ ਗੁਰਦਾਸ ਜੀ ਨੇ ਜਾਣ ਲਿਆ ਕਿ ਸਾਡਾ ਵੀ ਅੰਤਮ ਸਮਾਂ ਨਜ਼ਦੀਕ ਆ ਚੁੱਕਿਆ। ਉਸ ਵੇਲੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪੁੱਤਰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ। ਕਹਿਣ ਲੱਗੇ, ਸਿੱਖੋ ਛੇਤੀ ਦੇਣੇ ਘੋੜੇ ਤਿਆਰ ਕਰੋ, ਕਾਠੀਆਂ ਪਾਓ, ਤਿਆਰੀ ਕੀਤੀ ਜਾਵੇ। ਕਹਿੰਦੇ ਹੁਣ ਇੱਧਰ ਗੋਇੰਦਵਾਲ ਦੀ ਧਰਤੀ ਤੇ ਜਾਣ ਲਈ ਤਿਆਰੀਆਂ ਕੀਤੀਆਂ ਜਾਣ। ਹੁਣ ਅੰਮ੍ਰਿਤਸਰ ਦੀ ਧਰਤੀ ਦੇ ਵੱਲ ਸਤਿਗੁਰੂ ਦੀ ਵਧਦੇ ਜਾ ਰਹੇ ਨੇ। ਉਸ ਵੇਲੇ ਘੋੜੇ ਤਿਆਰ ਕੀਤੇ ਗਏ। ਪੂਰਨ ਤੌਰ ਤੇ ਗੁਰੂ ਪਿਆਰਿਓ ਸਤਿਗੁਰੂ ਜੀ ਨੇ ਹੁਕਮ ਕੀਤਾ, ਚਲੋ ਚੱਲੀਏ ਇੱਧਰ ਗੋਇੰਦਵਾਲ ਦੀ ਧਰਤੀ ਤੇ। ਸਤਿਗੁਰੂ ਜੀ ਪਹੁੰਚੇ ਜਥੇ ਗੋਇੰਦਵਾਲ ਦੀ ਧਰਤੀ ਤੇ ਪਹੁੰਚ ਕੇ ਕਹਿੰਦੇ ਆਪਣੇ ਨਿਵਾਸ ਸਥਾਨ ਤੇ ਗਏ, ਸੰਗਤਾਂ ਦਾ ਉੱਥੇ ਡੇਰਾ ਕਰਵਾਇਆ ਤੇ ਸਤਿਗੁਰੂ ਜੀ ਸੁੰਦਰ ਚੌਬਾਰੇ ਦੇ ਉੱਤੇ ਵਿਰਾਜਮਾਨ ਹੋਏ, ਜਿੱਥੇ ਭਾਈ ਸੁੰਦਰ ਜੀ, ਭਾਈ ਪਰਮਾਨੰਦ ਜੀ ਵਿਰਾਜਮਾਨ ਸਨ। ਉਹਨਾਂ ਨੂੰ ਦਰਸ਼ਨ ਦਿੱਤੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਸਤਿਗੁਰੂ ਜੀ ਨੇ। ਉਥੇ ਸਤਿਗੁਰੂ ਜੀ ਨੇ ਸੰਗਤਾਂ ਨੂੰ ਦਰਸ਼ਨ ਦੀਦਾਰੇ ਬਖਸ਼ੇ। ਗੁਰਬਾਣੀ ਦੇ ਦੀਵਾਨ ਸਜਾਏ ਗਏ ਤੇ ਭਾਈ ਗੁਰਦਾਸ ਜੀ ਨੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਸਨਮੁਖ ਬੇਨਤੀ ਕੀਤੀ। ਕਹਿਣ ਲੱਗੇ, ਸਤਿਗੁਰੂ ਜੀ ਆ ਮੇਰਾ ਅੰਤਮ ਸਮਾਂ ਨਜ਼ਦੀਕ ਆ ਚੁੱਕਿਆ। ਉਸ ਵੇਲੇ ਭਾਈ ਗੁਰਦਾਸ ਜੀ ਨੇ ਇਸ਼ਨਾਨ ਪਾਣ ਕੀਤਾ ਤੇ ਜਪਜੀ ਸਾਹਿਬ ਦਾ ਪਾਠ ਕੀਤਾ, ਸੁਖਮਨੀ ਸਾਹਿਬ ਦਾ ਜਾਪ ਕੀਤਾ। ਸਤਿਗੁਰ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਬੇਨਤੀ ਕੀਤੀ। ਕਹਿਣ ਲੱਗਾ, ਸਤਿਗੁਰੂ ਜੀ ਹੁਣ ਮੇਰਾ ਅੰਤਮ ਸਮਾਂ ਨਜ਼ਦੀਕ ਆ ਚੁੱਕਿਆ। ਕਹਿੰਦੇ ਜਦੋਂ ਮੈਂ ਸੰਸਾਰ ਵਿੱਚੋਂ ਜਾਵਾਂ, ਮੇਰੇ ਸਰੀਰ ਦਾ ਸੰਸਕਾਰ ਕਰਕੇ ਬਿਆਸਾ ਨਦੀ ਦੇ ਵਿੱਚ ਮੇਰਾ ਜਿਹੜਾ ਅਸਥੀਆਂ ਨੇ, ਰਾਖ ਨੇ, ਉਹ ਜਲ ਪ੍ਰਵਾਹ ਕਰ ਦਿਓ। ਕਿਸੇ ਪ੍ਰਕਾਰ ਕੋਈ ਮੇਰੇ ਨਾਂ ਤੇ ਕੋਈ ਮੜੀ ਮਸਾਣੀ ਨਾ ਬਣਾਇਓ, ਕਿਰਪਾ ਕਰ ਦਿਓ। ਕਹਿੰਦੇ ਮੈਨੂੰ ਆਪਣੇ ਚਰਨਾਂ ਦੇ ਵਿੱਚ ਹੀ ਨਿਵਾਸ ਬਖਸ਼ਿਓ, ਬਸ ਹੋਰ ਨਹੀਂ ਚਾਹੀਦਾ। ਤੇ ਭਾਈ ਗੁਰਦਾਸ ਜੀ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਲੰਮੇ ਪੈ ਗਏ, ਚਾਦਰ ਪਾ ਕੇ ਲੇਟ ਗਏ। ਤੇ ਉਸ ਵੇਲੇ ਜਲ ਕਾ ਜਲ ਹੁਆ, ਰਾਮ ਜੋਤੀ ਜੋਤ ਮਿਲੀ ਸੰਪੂਰਨ ਥੀਆ। ਰਾਮ ਦੇ ਮਹਾਂਵਾਕ ਅਨੁਸਾਰ ਭਾਈ ਗੁਰਦਾਸ ਜੀ ਇਸ ਫਾਨੀ ਸੰਸਾਰ ਦੇ ਵਿੱਚੋਂ ਚਲੇ ਗਏ। ਗੁਰੂ ਨਾਨਕ ਦੇ ਮਾਰ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਬਿਰਾਜਮਾਨ ਹੋ ਗਏ, ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ। ਬਾਅਦ ਵਿੱਚ ਉਸੇ ਤਰ੍ਹਾਂ ਕੀਤਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਪੁੱਤਰ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਛੇਵੇਂ ਪਾਤਸ਼ਾਹ, ਮੇਰੀ ਪੀਰੀ ਦੇ ਮਾਲਕ, ਕਿਰਪਾਲੂ ਦਿਆਲੂ ਸਤਿਗੁਰੂ ਜੀ ਨੇ ਭਾਈ ਗੁਰਦਾਸ ਜੀ ਦਾ ਗੋਇੰਦਵਾਲ ਦੀ ਧਰਤੀ ਤੇ ਆਪਣੇ ਹੱਥੀਂ ਬਿਆਸਾ ਨਦੀ ਦੇ ਕਿਨਾਰੇ ਸੰਸਕਾਰ ਕੀਤਾ। ਤੇ ਬਾਅਦ ਵਿੱਚ ਆਖਰੀ ਕਿਰਿਆ ਕਰਕੇ ਜੋ ਅਸਥੀਆਂ ਸਨ ਜਲ ਦੇ ਵਿੱਚ ਪ੍ਰਵਾਹ ਕਰ ਦਿੱਤੀਆਂ ਗਈਆਂ। ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਦੀ। ਉਸ ਵੇਲੇ ਭਾਈ ਗੁਰਦਾਸ ਜੀ ਦੇ ਸੰਸਾਰ ਵਿੱਚੋਂ ਜਾਣ ਤੇ ਸੰਗਤਾਂ ਦੇ ਵਿੱਚ ਮਨ ਹੀ ਮਨ ਬੜਾ ਹੀ ਦੁੱਖ ਹੈ, ਬੜੇ ਮਨ ਉਦਾਸ ਨੇ। ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਬਚਨ ਕੀਤੇ, ਭਾਈ ਗੁਰਦਾਸ ਜੀ ਤੁਸੀਂ ਗੁਰੂ ਨਾਨਕ ਦੇ ਦਰ ਕਰ ਦੇ ਅਨੰਨ ਸੇਵਕ ਰਹੇ ਹੋ। ਤੁਸੀਂ ਗੁਰਬਾਣੀ ਉਚਾਰਨ ਕੀਤੀ, 12 ਉਚਾਰਨ ਕੀਤੀਆਂ ਨੇ। ਤੁਹਾਡੇ ਤੇ ਬਖਸ਼ਿਸ਼ ਰਹਿਮਤ ਹੋਈ। ਸਿੱਖਾਂ ਦੇ ਵਿੱਚ ਤੁਹਾਡਾ ਪ੍ਰੇਮ, ਤੁਹਾਡੀ ਕੀਤੀ ਹੋਈ ਘਾਲਣਾ ਕਹਿੰਦੇ ਯਾਦ ਰਵੇਗੀ। ਸਤਿਕਾਰ ਦੇ ਨਾਲ ਜਿਹੜੇ ਸਿੱਖ ਪੰਥ ਨੇ
ਉਹ ਤੁਹਾਡਾ ਨਾਮ ਲਿਆ ਕਰਨਗੇ, ਤੁਹਾਡੇ ਤੇ ਬਖਸ਼ਿਸ਼ ਰਹਿਮਤ ਹੋਵੇਗੀ। ਗੁਰੂ ਸਾਹਿਬ ਜੀ ਦੇ ਨਜ਼ਦੀਕ ਵੱਧ ਤੋਂ ਵੱਧ ਨਜ਼ਦੀਕ ਜਾਣਿਆ ਜਾਵੇਗਾ ਤੁਹਾਨੂੰ। ਤੇ ਭਾਈ ਗੁਰਦਾਸ ਜੀ ਨੇ ਇਦਾਂ ਦੇ ਬਖਸ਼ਿਸ਼ ਰਹਿਮਤ ਪ੍ਰਾਪਤ ਕੀਤੀ ਗੁਰੂ ਨਾਨਕ ਦੇ ਮਹਾਰਾਜ ਦੇ ਦਰ ਕਰ ਤੋਂ। ਤਾਂ ਤੇ ਆਓ ਪਿਆਰੀ ਸੰਗਤ ਜੀ, ਉਹ ਸਮਾਂ ਜੋ ਸਮਾਪਤ ਹੋਇਆ, ਅਗਲੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਗੇ ਕਿਵੇਂ ਕਰਕੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਸਤਿਗੁਰੂ ਜੀ ਭਾਈ ਗੁਰਦਾਸ ਜੀ ਦੇ ਨਿਮਿੱਤ ਜੋ ਕਿਵੇਂ ਗੁਰਬਾਣੀ ਦੇ ਪ੍ਰਵਾਹ ਚਲਾਉਂਦੇ, ਦੀਵਾਨ ਸਜਾਉਂਦੇ ਨੇ, ਔਰ ਅੱਗੇ ਜਾ ਕੇ ਕਿਵੇਂ ਉਹਨਾਂ ਦੇ ਨਿਮਿੱਤ ਗੁਰਬਾਣੀ ਦੇ ਭੋਗ ਪਾਏ ਜਾਂਦੇ ਆ। ਉਹ ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਜ ਦੀ ਵਿਚਾਰ ਇੱਥੋਂ ਤੱਕ ਪ੍ਰਵਾਨ ਕਰਨੀ ਪਿਆਰਿਓ। ਆਓ ਗੁਰੂ ਚਰਨਾਂ ਦੇ ਵਿੱਚ ਉਪਰੰਤ ਅਰਦਾਸ ਜੋਦੜੀ ਵਿੱਚ ਸ਼ਾਮਲ ਹੋਈਏ। ਰਹਿੰਦੀ ਵਿਚਾਰ ਜੋ ਕੱਲ ਨੂੰ ਸਰਵਣ ਕਰਾਂਗੇ, ਕਿਵੇਂ ਕਰਕੇ ਸਤਿਗੁਰੂ ਜੀ ਨੇ ਬਖਸ਼ਿਸ਼ ਰਹਿਮਤ ਕੀਤੀ, ਕਿਵੇਂ ਕਰਕੇ ਭਾਈ ਗੁਰਦਾਸ ਜੀ ਦੀ ਅੰਤਮ ਜੋ ਕਿਰਿਆ, ਜੋ ਭੋਗ ਪਾਉਣ ਦੀ ਰਸਮ ਹੈ, ਸਤਿਗੁਰੂ ਜੀ ਅਦਾ ਕਰਦੇ ਆ। ਉਹ ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਆਓ ਸਮਾਪਤੀ ਕਰਨ ਦਾ ਯਤਨ ਕਰੀਏ। ਸਤਿਗੁਰੂ ਜੀ ਕਿਰਪਾ ਕਰਦੇ ਨੇ।